Very good evening to all. ਅੱਜ ਆਪਾਂ ਕਰਨਾ ਜੀ ਨੰਬਰ ਥਿਊਰੀ ਦਾ ਡੇ ਨੰਬਰ 3। 2 ਡੇਜ਼ ਆਪਣੇ ਹੋ ਚੁੱਕੇ ਨੇ ਨੰਬਰ ਥਿਊਰੀ ਤੇ ਅੱਜ ਆਪਣਾ ਮਤਲਬ ਕਨਸੈਪਟ ਦਾ ਲਾਸਟ ਡੇ ਰਹੇਗਾ। ਅੱਜ ਆਪਣੇ ਕਨਸੈਪਟ ਜਿਹੜੇ ਹੈਗੇ ਨੇ ਨੰਬਰ ਥਿਊਰੀ ਦੇ ਉਹ ਬਿਲਕੁਲ ਕੰਪਲੀਟ ਹੋ ਜਾਣਗੇ। ਠੀਕ ਹੈ ਜੀ, ਤਾਂ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਇੰਪੋਰਟੈਂਟ ਵੀ ਬਹੁਤ ਹੈ ਤੇ ਤੁਹਾਨੂੰ ਸਮਝ ਵੀ ਵਧੀਆ ਤਰੀਕੇ ਨਾਲ ਆ ਜਾਏਗਾ। ਪਲੀਜ਼ ਬਸ ਕਲਾਸ ਦੇ ਵਿੱਚ ਐਂਡ ਤੱਕ ਜ਼ਰੂਰ ਬਣੇ ਰਹੋ। जी, तो क्लास शुरू करने तो पहला प्लीज़ दस दो एक बार कि ऑडियो वीडियो बिल्कुल क्लियर है, ओके है, डन है, तो फिर आप ताकि शुरू कर सकिए अपनी क्लास। जी, अपना काम हो चुका है जी सारा डे 1 ਦੇ ਵਿੱਚ तक। ਇਹ डे 1 डे 2 ਦਾ ਆਪਣਾ ਵਰਕ ਹੋ ਚੁੱਕਾ ਜੀ ਸਾਰਾ। डे 2 ਹੋ ਚੁੱਕਾ ਸੀ। ਤਾਂ ਅੱਜ ਆਪਾਂ ਸ਼ੁਰੂ ਕਰਨਾ ਜੀ ਆਪਣਾ ਡੇ ਨੰਬਰ 3 ਕੌਨਗ੍ਰੈਂਸ। ਇੰਪੋਰਟੈਂਟ ਟੌਪਿਕ ਹੈਗਾ ਜੀ ਕੌਨਗ੍ਰੈਂਸ। ਦੇਖਾਂਗੇ ਜੀ ਕਿਵੇਂ ਲਿਖਿਆ ਜਾਂਦਾ ਹੈ, ਕੀ ਕਹਾਣੀ ਹੁੰਦੀ ਹੈ ਇਸ ਦੀ। ਕੌਨਗ੍ਰੈਂਸ ਨੂੰ ਆਪਾਂ ਕਿਵੇਂ ਲਿਖਦੇ ਹਾਂ? ਆਪਾਂ ਲਿਖਣਾ ਹੋਵੇ ਅਗਰ A ਕੌਨਗ੍ਰੈਂਸ B ਮੋਡ M, ਇਹ ਹੁੰਦਾ ਜੀ ਆਪਣੇ ਕੋਲੇ ਕੌਨਗ੍ਰੈਂਸ। A ਕੌਨਗ੍ਰੈਂਟ B ਮੋਡ M, ਠੀਕ ਹੈ ਜੀ। ਜਾਂ ਫਿਰ ਔਰ ਇਹਨੂੰ ਕੀ ਲਿਖ ਸਕਦੇ ਆਪਾਂ A ਆ B ਨੂੰ ਇੱਧਰ ਲੈ ਜਾਵਾਂਗੇ A ਮਾਈਨਸ B ਇਕੁਅਲ ਟੂ 0 ਮੋਡ M ਮੋਡੂਲਸ, ਇਹਨੂੰ ਮੋਡੂਲਸ ਬੋਲਦੇ ਆ। ਠੀਕ ਜੀ, ਤਾਂ ਇਹ ਕੀ ਚੀਜ਼ ਹੁੰਦੀ ਹੈ, A ਕੀ ਹੁੰਦਾ ਹੈ, B ਕੀ ਹੁੰਦਾ ਹੈ, M ਕੀ ਹੁੰਦਾ, ਉਹ ਆਪਾਂ ਸਾਰਾ ਕਲੀਅਰ ਕਰਨਾ। ਠੀਕ ਹੈ ਜੀ, A ਤਾਂ ਉਹ ਹੁੰਦਾ ਆਪਣੇ ਕੋਲੇ ਜਿਸ ਨੂੰ ਵੀ ਆਪਾਂ ਡਿਵਾਈਡ ਕਰਦੇ ਆ, ਜਿਹਨੂੰ ਵੀ ਆਪਾਂ ਡਿਵਾਈਡ ਕਰਦੇ ਆ। ਮੰਨ ਲਓ A ਆਪਣੇ ਕੋਲ ਕਿੰਨਾ ਹੈ 31, ਠੀਕ ਹੈ ਜੀ। A ਆਪਣੇ ਕੋਲ 30, ਜਿਹਨੂੰ ਵੀ ਡਿਵਾਈਡ ਕਰਨਾ। B ਆਪਣੇ ਕੋਲ ਕੀ ਹੋਏਗਾ, ਰਿਮਾਈਂਡਰ ਹੋਏਗਾ। B ਆਪਣੇ ਕੋਲ ਕੀ ਹੋਏਗਾ, ਰਿਮਾਈਂਡਰ ਹੋਏਗਾ। ਔਰ ਜਿਹੜਾ M ਹੈਗਾ ਜੀ ਜਿਹਦੇ ਨਾਲ ਆਪਾਂ ਡਿਵਾਈਡ ਕਰਨਾ, ਜਿਹਦੇ ਨਾਲ ਆਪਾਂ ਡਿਵਾਈਡ ਕਰਨਾ, ਮੰਨ ਲਓ ਇਹਨੂੰ ਆਪਾਂ 4 ਨਾਲ ਡਿਵਾਈਡ ਕਰਨਾ ਤਾਂ ਉਹ ਆਪਣੇ ਕੋਲ ਕੀ ਹੋਏਗਾ, M ਹੋਏਗਾ। ਰਿਮਾਈਂਡਰ ਫਿਰ ਕਿੰਨਾ ਆਏਗਾ, 3 ਆ ਜਾਏਗਾ। ਦੇਖੋ ਨੂੰ ਕਿਵੇਂ ਲਿਖਾਂਗੇ, 31 ਕੌਨਗ੍ਰੈਂਸ ਮੋਡ 4 ਔਰ 4 ਨੂੰ ਇਹਨਾਂ ਕੀਤਾ ਤਾਂ ਕਿੰਨਾ ਰਿਮਾਈਂਡਰ ਬਚੇਗਾ 3, ਤਾਂ ਆ ਗਿਆ ਜੀ ਆਪਣੇ ਕੋਲ ਕੌਨਗ੍ਰੈਂਸ। ਇਹਨੂੰ ਆਪਾਂ ਕੌਨਗ੍ਰੈਂਸ ਬੋਲ ਦਾਂਗੇ। ਠੀਕ ਹੈ ਜੀ, ਬਸ ਇਹਨੂੰ ਅਗਰ ਆਪਾਂ 4 ਨਾਲ ਡਿਵਾਈਡ ਕਰੀਏ ਜਿੰਨਾ ਰਿਮਾਈਂਡਰ ਬਚੇਗਾ ਉਹ ਇੱਥੇ ਲਿਖਾਂਗੇ। ਫੋਰ ਐਗਜ਼ਾਮਪਲ ਲੈ ਲਓ ਕੋਈ, ਆਪਾਂ ਲੈ ਲਿਆ 29 ਕੌਨਗ੍ਰੈਂਟ ਟੂ ਮੋਡ 6 और करो जी 6 ਨਾਲ ਕਰਿਆ ਤਾਂ 6 4 ਜਾਂ 24 ਤਾਂ ਕਿੰਨਾ ਰਿਮਾਈਂਡਰ ਬਚਿਆ 5। और ਜਿਹੜਾ 5 ਰਿਮਾਈਂਡਰ ਬਚੇਗਾ ਉਹ ਹਮੇਸ਼ਾ ਕੀ ਤੋਂ ਲੈਸ ਹੋਏਗਾ, ਯਾਨੀ ਕਿ ਜੋ B ਹੋਏਗਾ ਉਹ ਹਮੇਸ਼ਾ M ਤੋਂ ਲੈਸ ਹੋਏਗਾ। ਇਹ ਤਾਂ ਆਪਾਂ ਨੂੰ ਡਿਵਾਈਡ ਦੀ ਪ੍ਰੋਪਰਟੀ ਪਤਾ ਹੀ ਹੈ ਕਿ ਰਿਮਾਈਂਡਰ ਹਮੇਸ਼ਾ ਛੋਟਾ ਹੁੰਦਾ ਹੈ ਡਿਵਾਈਡ ਕਰਨ ਵਾਲੇ ਨਾਲੋਂ। ਠੀਕ ਹੈ ਜੀ, ਕੁਛ ਹੋਰ ਲੈ ਲਓ ਜੀ ਤੁਸੀਂ 31 ਲੈ ਲਓ, ਠੀਕ ਹੈ। ਕੌਨਗ੍ਰੈਂਟ ਮੋਡ 8 ਬੋਲ ਦੋ, ਠੀਕ ਹੈ ਜੀ। ਕੌਨਗ੍ਰੈਂਟ ਮੋਡ 8 ਤਾਂ 8 ਦੂਣੀ 16, 8 ਤੇ 24 ਤਾਂ ਕਿੰਨਾ ਰਿਮਾਈਂਡਰ ਬਚਿਆ 7 ਰਿਮਾਈਂਡਰ ਬਚਿਆ। ਇਹ ਸਾਰਾ ਆਪਣੇ ਕੋਲ ਆ ਜਾ। ਤਾਂ ਆਪਾਂ ਨੂੰ ਕੁਐਸਚਨ ਕਿਸ ਤਰ੍ਹਾਂ ਦਾ ਆ ਸਕਦਾ ਹੈ, ਮੰਨ ਲਓ ਇੱਥੇ 31 ਦਿੱਤਾ ਹੋਇਆ, ਠੀਕ ਹੈ ਜੀ। ਇੱਥੇ ਉਹਨਾਂ ਨੇ ਆਪਾਂ ਨੂੰ ਦੇਤਾ ਮੋਡ 9 ਤਾਂ ਉਹ ਪੁੱਛਣਗੇ ਇੱਥੇ ਕਿੰਨਾ ਆਏਗਾ, ਤਾਂ ਇੱਥੇ ਦੇਖ ਲਓ ਜੀ 9 ਤੇ 27 ਤਾਂ ਇਹਦਾ ਮਤਲਬ ਇੱਥੇ ਆਏਗਾ 4, ਕਿੰਨਾ ਰਿਮਾਈਂਡਰ ਬਚਿਆ। ਇੱਥੇ ਰਿਮਾਈਂਡਰ ਜਾਂ ਇਹ ਚੀਜ਼ਾਂ ਦਿੱਤੀਆਂ ਹੋਣਗੀਆਂ ਪੁੱਛਣਗੇ ਇੱਥੇ ਕਿੰਨਾ ਆਏਗਾ, ਠੀਕ ਹੈ ਜੀ। ਜਾਂ ਫਿਰ ਆਹ ਦੋਨੋਂ ਦਿੱਤੇ ਹੋਣਗੇ ਇੱਥੇ ਪੁੱਛ ਲੈਣਗੇ। ਤਾਂ ਤੁਹਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਸਾਰੀ। क्लियर हो गया कॉन्ग्रेंस वाले, एवरीवन क्लियर अबाउट कॉन्ग्रेंस? ठीक है जी, कुछ थ्योरमां ने जी कॉन्ग्रेंट वाले देख लेने आप जरूर। एक दो थ्योरमां मोस्ट इंपोर्टेंट थ्योरमां आप जरूर करांगे, ज़्यादा नहीं करनियां। तो जी कॉन्ग्रेंट होंगी है ਉਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਉਹਨੂੰ ਆਪਾਂ ਲਿਖ ਸਕਦੇ ਹਾਂ A ਕੌਨਗ੍ਰੈਂਟ ਰਿਮਾਈਂਡਰ R ਮੋਡ M, ਇੱਦਾਂ ਵੀ ਉਹਨੂੰ ਲਿਖਿਆ ਜਾ ਸਕਦਾ। ਆਪਾਂ B ਦੀ ਜਗ੍ਹਾ R ਵੀ ਲਿਖ ਸਕਦੇ ਹਾਂ ਕਿਉਂਕਿ R ਕੀ ਹੁੰਦਾ ਆਪਣਾ ਰਿਮਾਈਂਡਰ ਹੁੰਦਾ। ਠੀਕ ਹੈ ਜੀ,
ਤੇ ਫਸਟ ਥਿਓਰਮ ਕਹਿੰਦੀ ਹੈ ਕਿ ਆਪਾਂ b ਦੀ ਜਗ੍ਹਾ r ਵੀ ਲਿਖ ਸਕਦੇ ਹਾਂ ਕਿਉਂਕਿ r ਆਪਣਾ ਰਿਮਾਈਂਡਰ ਹੁੰਦਾ, b ਵੀ ਰਿਮਾਈਂਡਰ ਨੂੰ ਸ਼ੋ ਕਰਦਾ r ਵੀ ਰਿਮਾਈਂਡਰ। ਠੀਕ ਹੈ ਜੀ। ਦੂਸਰੀ ਥਿਓਰਮ ਆਪਾਂ ਨੂੰ ਕੀ ਕਹਿੰਦੀ ਹੈ, ਅਗਰ ਆਪਣੇ ਕੋਲ ਹੈਗਾ a ਕੌਨਗਰੈਂਟ b ਮੋਡ m, a ਕੌਨਗਰੈਂਟ b ਮੋਡ m ਹੈਗਾ ਤਾਂ a ਤੇ b ਦੋਨੋਂ ਸੇਮ ਰਿਮਾਈਂਡਰ ਸ਼ੋ ਕਰਨਗੇ ਜਦੋਂ ਆਪਾਂ m ਨਾਲ ਡਿਵਾਈਡ ਕਰਾਂਗੇ। ਕਰਕੇ ਦੇਖ ਲਓ, ਆਪਾਂ ਲੈ ਲਓ ਉਹੀ ਐਗਜ਼ਾਮਪਲ ਲੈ ਲਓ 31 ਮੋਡ 4। ਠੀਕ ਹੈ ਜੀ, ਤਾਂ ਇਹ ਹੋ ਗਿਆ 7 ਚੋਂ 28 3 ਰਿਮਾਈਂਡਰ। ਹੁਣ ਤੁਸੀਂ ਦੇਖੋ 4 ਨੂੰ ਚਾਹੇ ਇਹਦੇ ਨਾਲ ਇਹਨੂੰ ਡਿਵਾਈਡ ਕਰ ਲਓ 3 ਰਿਮਾਈਂਡਰ, ਚਾਹੇ ਇਹਦੇ ਨਾਲ ਡਿਵਾਈਡ ਕਰ ਲਓ ਤਾਂ ਵੀ ਰਿਮਾਈਂਡਰ 3। ਤਾਂ ਮਤਲਬ ਅਗਰ a ਤੇ b ਦੋਨਾਂ ਨਾਲ m ਨੂੰ ਡਿਵਾਈਡ ਕਰਾਂਗੇ ਤਾਂ ਰਿਮਾਈਂਡਰ ਕੀ ਆਏਗਾ, ਸੇਮ ਆਏਗਾ। ਔਰ ਕਨਵਰਸਲੀ ਉਲਟਾ ਵੀ ਇਹਦਾ ਹੋਏਗਾ ਜੀ। ਇਹ ਆਪਣੇ ਕੋਲ ਸੀ ਥਿਓਰਮ। ਫਿਰ ਇੱਕ ਥਿਓਰਮ ਹੋਰ ਆਪਣੇ ਕੋਲ ਹੈਗੀ ਹੈ ਜੀ, ਥਰਡ ਥਿਓਰਮ। ਅਗਰ a ਕੌਨਗਰੈਂਟ b ਮੋਡ m ਹੈਗਾ ਆਪਣੇ ਕੋਲੇ, a ਕੌਨਗਰੈਂਟ b ਮੋਡ m ਹੈ ਤਾਂ a ਪਲਸ x ਕੋਈ ਵੀ ਕੌਂਸਟੈਂਟ ਐਡ ਕਰਾਂਗੇ b ਪਲਸ x ਇਹ ਵੀ ਕੌਨਗਰੈਂਟ ਹੋਏਗਾ। ਠੀਕ ਹੈ ਜੀ, ਜਾਂ ਫਿਰ ਔਰ ax bx ਮੋਡ m ਇਹ ਵੀ ਕੌਨਗਰੈਂਟ। ਅਗਰ ਆਪਾਂ x ਆਪਣੇ ਕੋਲੇ ਕੋਈ ਕੀ ਹੈ ਕੋਫੀਸ਼ੀਐਂਟ ਹੈ ਜਾਂ ਕੌਂਸਟੈਂਟ ਹੈ, ਅਗਰ ਉਹਦੀ ਮਲਟੀਪਲਾਈ ਉਹਨੂੰ ਐਡ ਕਰਾਂਗੇ ਦੋਨੋਂ ਸਾਈਡ ਤਾਂ ਵੀ ਉਹ ਕੌਨਗਰੈਂਟ ਰਹੇਗਾ, ਅਗਰ ਉਹਨੂੰ ਮਲਟੀਪਲਾਈ ਕਰਾਂਗੇ ਤਾਂ ਵੀ ਕੌਨਗਰੈਂਟ ਰਹੇਗਾ। ਵੇਅਰ x is an integer, x ਕੀ ਹੈ ਜੀ integer, where x is an integer। ਕਲੀਅਰ? ਠੀਕ ਹੈ ਜੀ, ਸਭ ਨੂੰ ਇੱਥੇ ਤੱਕ ਕਲੀਅਰ ਹੋ ਗਿਆ ਤਾਂ ਪਲੀਜ਼ ਦੱਸ ਦਿਓ, ਫਿਰ ਆਪਾਂ ਅੱਗੇ ਮੂਵ ਕਰਦੇ ਹਾਂ। ਚਲੋ ਜੀ, क्वेश्चन आ गया अपने को, फाइंड द रिमाइंडर ऑन द डिवाइडिंग द सम 1 फैक्टोरियल प्लस 2 फैक्टोरियल प्लस 3 फैक्टोरियल प्लस 4 फैक्टोरियल अप टू 100 फैक्टोरियल डिवाइड करना है 12 नाल तो कितना रिमाइंडर बचेगा। ठीक है जी, ये क्वेश्चन तुहानू आंदा होना है तो देख लो जी, सम चेक कर लो, जिथों तक यह डिवाइड नहीं करना लगता उन्होंने अलग कर लो, बाकियों अलग कर लो। हम देखो 1 का फैक्टोरियल 1, 2 का फैक्टोरियल 2 प्लस 3 का फैक्टोरियल 6, इन्हों का हजे तक सम नहीं करना गया। 4 का फैक्टोरियल कितना होएगा 24, हाँ 24, 24 तो 12 डिवाइड करता है, मतलब इस तो अगे जिन्नियां भी टर्म्स आनियां वो सारियां डिवाइड करनियां 12 नाल, मतलब इदों अगे सारियां 12 नाल डिवाइड होणगियां, बट आ जिहड़ियां हैगियां ने 3 ये 12 नाल डिवाइड नहीं होईयां। तो रिमाइंडर कितना आ गया, फिर इन्हां नूं ऐड कर दो 2 6 9, तो 9 अपने कोल की आ गया, रिमाइंडर आ गया। क्लियर? 4 फैक्टोरियल तो अगे जिन्नियां भी टर्म्स हैगियां ने उन्हां सब दे विच 12 पिया होया, तां ओह सारियां 12 नूं डिवाइड कर देंगे। बट 4 फैक्टोरियल तो पिछे 3 टर्मां ऐसियां ने 1 फैक्टोरियल 2 फैक्टोरियल 3 फैक्टोरियल जिहड़ियां तिन्ने 12 नूं डिवाइड नहीं कर रहीआं, तां ओह ही अपने कोल उन्हां दा सम रिमाइंडर बन जाएगा। क्लियर हो गया जी? ओके, नेक्स्ट क्वेश्चन, फाइंड द रिमाइंडर इन द डिवीजन ऑफ 2 दी पावर 20 बाय 7। तो 2 दी पावर 20 ਨੂੰ ਆਪਾਂ 7 ਨਾਲ ਡਿਵਾਈਡ ਕਰਨਾ ਤੇ ਰਿਮਾਈਂਡਰ ਦੱਸਣਾ, ਉਹੀ ਸੇਮ ਪ੍ਰੋਸੈਸ ਹੈ ਜੀ। ਤਾਂ ਸਭ ਤੋਂ ਪਹਿਲਾਂ ਲੈ ਲਓ 2 ਲੈ ਲਾਂਗੇ। ਠੀਕ ਹੈ ਜੀ, 2 ਦੀ ਪਾਵਰ 3, 2 ਦੀ ਪਾਵਰ ਅਗਰ 3 ਲਵਾਂਗੇ ਤਾਂ 8 ਬਣੇਗਾ, ਉਹ ਕਿੰਨਾ ਰਿਮਾਈਂਡਰ ਛੱਡੇਗੀ ਆਪਣੇ ਕੋਲ 1 ਮੋਡ 7। ਬਟ ਆਪਾਂ ਨੂੰ ਤਾਂ 2 ਦੀ ਪਾਵਰ 20 ਚਾਹੀਦੀ ਹੈ, ਤਾਂ ਕੀ ਕਰਦੇ ਆ ਦੋਨਾਂ ਜਗ੍ਹਾ ਤੇ 6 ਨਾਲ ਮਲਟੀਪਲਾਈ ਕਰਦੇ ਆ ਪਾਵਰ ਨਾਲ। 2 ਦੀ ਪਾਵਰ 3 ਇਹਦੀ ਪਾਵਰ 6 ਕਰਤੀ, 1 ਦੀ ਪਾਵਰ 6 ਕਰਤੀ, ਮੋਡ 7। ठीक है जी, तो ये हो गया 2 दी पावर 18 1 मोड 7। बट आपां तां की चाहिए 2 दी पावर 20 चाहिए, तो 2 दी पावर 18 है, तो इसका मतलब 2 दी पावर 2 नाल मल्टीप्लाई करना पड़ेगा बोथ साइड। 2 दी पावर 18 इत्थे करता जी 2 दी पावर 2 नाल मल्टीप्लाई, 1 इंटू 2 दी पावर 2 नाल मल्टीप्लाई, मोड 7। इधर कितना बन गया जी, ये बन गया 2 दी पावर 20 और इधर बन गया 2 दी पावर 2 4 मोड 7। रिमाइंडर कितना आ गया जी दसो, रिमाइंडर आया 4।
आंसर 4। क्लियर। इसी तरह ही आप अगे दी अगे करते जावांगे। कुछ भी ਆਪਾਂ ਨੂੰ ਆ ਜੇ, ਸਭ ਤੋਂ ਪਹਿਲਾਂ ਆਪਾਂ ਇੱਥੇ ਟਰਾਈ ਕਰਾਂਗੇ 1 ਬਣਾਉਣ ਦੀ। ਹਰ ਕੁਐਸਚਨ ਦੇ ਵਿੱਚ ਆਪਾਂ ਇੱਥੇ ਟਰਾਈ ਕਰਾਂਗੇ 1 ਬਣਾਉਣ ਦੀ। ਜਦੋਂ ਇੱਥੇ 1 ਬਣ ਗਿਆ ਉਦੋਂ ਬਾਅਦ ਜੋ ਚਾਹੀਦਾ ਆਪਾਂ ਨੂੰ ਆਪਣੇ ਆਪ ਹੀ ਮਿਲਦਾ ਜਾਏਗਾ। ਠੀਕ ਹੈ ਜੀ, 19 ਪਾਵਰ ਕਰ ਦਾਂਗੇ। क्लियर हो गया क्वेश्चन। फाइंड द रिमाइंडर इन द डिवीजन ऑफ 2 ਦੀ ਪਾਵਰ 20 बाय 7। अगर 2 ਦੀ ਪਾਵਰ 20 ਨੂੰ 7 ਨਾਲ डिवाइड करना है तो कितना रिमाइंडर आएगा। क्लियर। नेक्स्ट क्वेश्चन, फाइंड द रिमाइंडर on dividing the sum 1 factorial 2 factorial 1 factorial 2 factorial 3 factorial 4 factorial plus up to 1000 factorial। डिवाइड किहदे नाल करना है 8 नाल। दसो जी जल्दी कितना रिमाइंडर आएगा इहदा। तुसीं दसना इहदा आंसर कितना रिमाइंडर आएगा, जल्दी। जल्दी दसो जी कितना रिमाइंडर आएगा। तो देखो 1 का फैक्टोरियल 1, 2 का फैक्टोरियल 2, 3 का फैक्टोरियल 6 प्लस 4 का फैक्टोरियल 24 अप टू। देखो जी 24 तो सीधा सीधा ही डिवाइड हो रहा है 8 नाल, बट इन्हों दोनों का सम भी तो 8 नाल डिवाइड हो रहा है। अगर इन्हों दोनों का सम कर देंगे तो ये भी ये आ जाएंगे डिवाइड वाली टर्म च। रह गया कला कि 1, रिमाइंडर कि 1। क्लियर। जिन्होंने भी 1 आंसर दिता बिल्कुल राइट आंसर। ठीक है जी, कितना आंसर आएगा 1 आंसर आएगा। क्लियर। चलो थ्योरम करते हैं। थ्योरम की कहती है आपको, अगर ए कॉन्ग्रेंट बी मोड एम है, ए कॉन्ग्रेंट बी मोड एम है, ए दा एम नाल जीसीडी किहदे कोल होएगा, बी दा एम नाल जीसीडी। इंपोर्टेंट रिजल्ट है, बहुत ज्यादा पूछा जाता है। अगर ए कॉन्ग्रेंट बी मोड एम है तो ए ते एम दा जीसीडी किहदे कोल होएगा, बी ते एम दे जीसीडी। करके देख लो जी, वही एग्जांपल ले लो 31 को रिमाइंडर बचा सी कितना 3 मोड 4 मोड 4। तो देखो जी ए दा 4 नाल इनकी 31 दा जीसीडी 4 नाल ते बी दा 3 दा भी 4 नाल। देखो दोनों का जीसीडी कितना है 1 नाल। ये दोनों जीसीडी की होंगे इक्वल होंगे। क्लियर। हाँ जी क्लियर हो गया सबको क्वेश्चन वाला। ठीक है चलो वो कर दें नेक्स्ट। लीनियर कॉन्ग्रेंस सॉल्यूशन इंपोर्टेंट है जी। लीनियर कॉन्ग्रेंस सॉल्यूशन इसके बेस पे क्वेश्चन भी पूछा जाता है। तो देखो जी की करांगे लीनियर कॉन्ग्रेंस सॉल्यूशन दे विच। अगर अपने को हैगा ए कॉन्ग्रेंट बी मोड एम, ए कॉन्ग्रेंट बी मोड एम अपने को हैगा। ठीक है जी। सॉल्यूशन देन सॉल्यूशन कदों एग्जिस्ट करूगा, सॉल्यूशन एग्जिस्ट कदों करूगा, सॉल्यूशन एग्जिस्ट ओनली व्हेन ए ते एम दा जीसीडी, ए ते एम दा जीसीडी अगर किनू करे बी नू डिवाइड करेगा तो सॉल्यूशन एग्जिस्ट करेगा, अदरवाइज सॉल्यूशन ही एग्जिस्ट नहीं करेगा। ठीक है जी। अगर ए ते एम दा जीसीडी बी नू डिवाइड करेगा तो सॉल्यूशन एग्जिस्ट करेगा। अगर ए ते एम दा जीसीडी बी नू डिवाइड नहीं करेगा तो नो सॉल्यूशन, कोई सॉल्यूशन नहीं। ये हैगा लीनियर कॉन्ग्रेंस सॉल्यूशन। फिर सॉल्यूशन कितने होंगे, नंबर ऑफ सॉल्यूशन, तो जिन्ना उन्होंने जीसीडी होगा उन्ने ही सॉल्यूशन होंगे। फिर जीसीडी की वैल्यू 1 आएगी तो 1 सॉल्यूशन, जीसीडी की वैल्यू 2 आएगी तो 2 सॉल्यूशन, जीसीडी वैल्यू 3 आएगी तो 3 सॉल्यूशन। क्लियर होगी गल। ए कॉन्ग्रेंट बी मोड एम होवे, ए ते एम दा जीसीडी अगर बी नू डिवाइड करेगा तो होएगा सॉल्यूशन एग्जिस्ट। किन्ने होंगे, जिन्ना ए ते एम दा जीसीडी होएगा।
अगर ए ते एम का GCD B ਨੂੰ डिवाइड नहीं करेगा तो नो सोल्यूशन। क्लीयर? अगर इत्थों तक क्लीयर है तो दसो फिर आप क्वेश्चन ते चलते हैं इन्हों के 2-3 क्वेश्चन करांगे फिर तुहानू पूरी तसल्ली नाल समझ आ जाएगी। क्लीयर होगी गल? चलो जी क्वेश्चन देखते हैं, चेक करो 84x congruent to 16 mod 35, 16 mod 35। सब तो पहला की चेक करना है ए ते एम का GCD 84 ते 35। GCD दसो जी जल्दी इन्हों का कितना आएगा, जल्दी देखते हैं जी GCD कितना आएगा 84 ते 35 का। देखते हैं जी किनू इसका आंसर नाउन है 84 ते 35 का GCD चेक करो सब तो पहला तो कितना आएगा, ਇਹਦਾ GCD आएगा जी 7, 12 7 84 7 5 35। ठीक है जी, क्योंकि अगर 7 कॉमन ले लांगे दोनों चो तो इधर 12 बच जाएगा इधर 5 बचेगा, हम किसी से भी डिवाइड नहीं हो रही अगे तो ਇਹਦਾ मतलब है GCD 7 हो गया। GCD 7 आ गया जी, ठीक है जी GCD 7 आ गया तो ਆਪਾਂ ਨੂੰ ਕੀ ਕਰਤਾ है हम चेक करना है GCD B ਨੂੰ डिवाइड कर रहा है या नहीं, तो 7 की 16 ਨੂੰ डिवाइड कर रहा है, नो नहीं कर रहा तो ਇਹਦਾ मतलब की हो गया नो सोल्यूशन। चार ऑप्शन देते होंगे, जेन्युइन सोल्यूशन, वन सोल्यूशन, टू सोल्यूशन, नो सोल्यूशन, तो आंसर आएगा नो सोल्यूशन। ठीक है चलो क्वेश्चन 2 चलो चेक जी 135x 6 mod 10, 135x congruent to 6 mod 10। चेक करो जी कि ਇਹਦਾ सोल्यूशन हैगा ਜਾਂ नहीं हैगा, हैगे ਆ ਤਾਂ ਕਿੰਨੇ हैगे ਆ। सब तो पहला ਆਪਾਂ ਕੀ करना है GCD यानी कि D वो की आएगा A ते M का GCD, A ते M का GCD यानी कि 135 ते 10 का GCD कितना आ गया जी D अपने को 135 ते 10 का GCD आएगा 5। तो हम देखो जी कि 5 6 ਨੂੰ डिवाइड कर रहा है, नहीं कर रहा तो ਇਹਦਾ भी आ गया नो सोल्यूशन। ये आ गया नो सोल्यूशन। ठीक है जी ये आ गया जी नो सोल्यूशन। क्वेश्चन नंबर 3 13x 10 mod 28। चेक करो जी 13x 10 congruent to 10 mod 28। तो देखो जी 13 ਤੇ 28 ਦਾ GCD ਚੈੱਕ ਕਰ ਲਓ ਕਿੰਨਾ ਆ ਰਿਹਾ 1, ਕਿ 1 10 ਨੂੰ ਡਿਵਾਈਡ ਕਰ ਰਿਹਾ ਯੈਸ ਕਰ ਰਿਹਾ ਤਾਂ ਸੋਲੂਸ਼ਨ ਕਿੰਨੇ ਹੋ ਗਏ 1, ਸੋਲੂਸ਼ਨ ਐਗਜ਼ਿਸਟ एंड सोल्यूशन कितने हो गए नंबर ऑफ सोल्यूशन 1, नंबर ऑफ सोल्यूशन कितने हो गए 1। फोर्थ क्वेश्चन 15x congruent to 12 mod 21। चेक करो जी सोल्यूशन एग्जिस्ट करता है कितने सोल्यूशन। सब तो पहला की लेना आप 15 ते 21 का GCD कितना आएगा जी दोनों का, देखो दोनों का GCD आएगा 3। तो हम देखो जी GCD आ गया, GCD 3 की 12 में डिवाइड करता है, यस करता है जी 3 12 में डिवाइड, तो नंबर ऑफ सोल्यूशन कितने हो गए 3। सोल्यूशन एग्जिस्ट भी करता है तो नंबर ऑफ सोल्यूशन कितने हो गए 3 हो गए। इदा के क्वेश्चन आप करने क्लियर लीनियर कॉन्ग्रेंस सोल्यूशन। ओके जी वो तो कॉन्ग्रेंस थे, हुण आ गया अपने को लीनियर डायोफेंटाइन इक्वेशन, ਇਹਦੇ ਵਿੱਚ ਵੀ ਆਪਾਂ ਸੋਲੂਸ਼ਨ ਹੀ ਫਾਈਂਡ ਕਰਨੇ ਨੇ। ਉਹ ਸੀਗਾ ਲੀਨੀਅਰ ਕੌਨਗਰੈਂਸ ਸੋਲੂਸ਼ਨ, ਇਹ ਹੈਗੀ ਹੈ ਲੀਨੀਅਰ ਡਾਇਓਫੈਂਟਾਈਨ ਇਕੁਏਸ਼ਨ। ਇਕੁਏਸ਼ਨ ਆਫ ਦਾ ਫਾਰਮ ਡਾਇਓਫੈਂਟਾਈਨ ਕਿਹੜੀ ਹੁੰਦੀ ਹੈ ਇਕੁਏਸ਼ਨ ਆਫ ਦਾ ਫਾਰਮ ax plus by equal to c where a b c are integer। equation of the form ax plus by equal to c where a b c are integer and
and A not equal to 0, B not equal to 0, called Diophantine equation. ਇਹਨੂੰ ਕੀ ਬੋਲਾਂਗੇ ਆਪਾਂ Diophantine equation ਬੋਲਾਂਗੇ। ਇਸ ਪ੍ਰਕਾਰ ਦੀ ਇਕੁਏਸ਼ਨ ਜਿਹੜੀ ਆ ਵਾਲੀ ax plus by equal to c, c 0 ਹੋ ਸਕਦਾ ਹੈ ਬਟ a ਤੇ b 0 ਕਦੇ ਵੀ ਨਹੀਂ ਹੋਣਗੇ। ਠੀਕ ਹੈ ਜੀ। ਦੋ ਅਨਨੋਨ ਨੇ, ਕਿਹੜੇ ਕਿਹੜੇ ਅਨਨੋਨ ਨੇ, x ਐਂਡ y, ਇਹ ਅਨਨੋਨ ਨੇ। क्लियर, लीनियर डायोफेंटाइन इक्वेशन। सोल्यूशन कब एग्जिस्ट करेगा जी, हम देखो सोल्यूशन एग्जिस्ट कब एग्जिस्ट करेगा सोल्यूशन, केड़ी इक्वेशन है ax प्लस by इक्वल टू c। अगर जीसीडी ऑफ ए बी, ए ते बी का जीसीडी डिवाइड करेगा सी नू, ਤਾਂ ਕੀ ਹੋਏਗਾ ਸੋਲੂਸ਼ਨ ਐਗजिस्ट ਕਰੇਗਾ। ਦਾ ਲੀਨੀਅਰ ਡਾਇਫੈਂਟਾਈਨ ਇਕੁਏਸ਼ਨ ਦਾ ਜਿਹੜਾ ਆ ਆਪਣੀ ਇਕੁਏਸ਼ਨ ਹੈਗੀ ਆ, ਅਗਰ a ਤੇ b ਦਾ GCD, a ਤੇ b ਦਾ GCD c ਨੂੰ ਡਿਵਾਈਡ ਕਰੇਗਾ, ਇਕੁਏਸ਼ਨ ਦਾ ਜਿਹੜਾ ਸੋਲੂਸ਼ਨ ਹੈਗਾ ਉਹ ਐਗजिस्ट ਕਰੇਗਾ। ਠੀਕ ਹੈ ਜੀ, ਕਲੀਅਰ ਹੋ ਗਈ ਗੱਲ। क्वेश्चन कर लिए इन्हों के भी, दो चार क्वेश्चन तो गल क्लीयर हो जाती है ना सारी। चलो दसो फिर क्वेश्चन 1, 12x प्लस 501y इक्वल टू 274। दसो जी की आएगा, यदा सोल्यूशन एग्जिस्ट करेगा या नहीं करेगा। सब तो पहला की लेना आप 12 ते 501 का GCD। दसो जी GCD कितना आएगा 12 ते 501 का। ठीक है जी, कितना आएगा 3 आएगा GCD। हम 3 देखो जी 274 में डिवाइड कर रहा है 3, 9 27 नहीं कर रहा, ਇਹਦਾ ਕੀ ਆ ਗਿਆ नो सॉल्यूशन। चेक करो जी हम 11x माइनस 33y इक्वल टू 121। चेक करो जी कि ਇਹਦਾ सॉल्यूशन है या नहीं। सॉल्यूशन एग्जिस्ट और नॉट, देखो जी ए ते बी का जीसीडी 11 ते 33 का जीसीडी कितना आएगा 11 आएगा। 11 121 ਨੂੰ 11 डिवाइड कर रहा है, यस कर रहा है, तो सॉल्यूशन एग्जिस्ट। ਇਹਨੂੰ ਬੋਲਦੇ ਆਪਾਂ ਲੀਨੀਅਰ ਡਾਇਓਫੈਂਟਾਈਨ ਇਕੁਏਸ਼ਨਸ। ਹੋਰ ਕਰ ਲੈਂਦੇ ਆ 15x plus 25y equal to 45 equal to 45। ਤਾਂ ਬਸ ਉਹੀ ਸੋਲੂਸ਼ਨ ਕਿੰਨੇ ਹੋਣਗੇ ਜਿੰਨਾ ਇਹਨਾਂ ਦਾ GCD ਆਏਗਾ ਉਹਨੇ ਹੀ ਸੋਲੂਸ਼ਨ। ਤਾਂ 15 ਤੇ 25 GCD बोलो जी, GCD आ गया 5, तो 5 की डिवाइड कर रहे हैं 45 में, यस कर रहे हैं। अब सॉल्यूशन एग्जिस्ट, सॉल्यूशन एग्जिस्ट, नंबर ऑफ सॉल्यूशन कितने होंगे, नंबर ऑफ सॉल्यूशन 5। क्लियर आ वाला कांसेप्ट सबको क्लियर हो गया, दसो प्लीज जल्दी दसो क्या क्लियर हो गया लीनियर डायोफेंटाइन। हाँ जी क्लियर हो गया एवरीवन। नैक्सट अपने को आती है फर्मट थ्योरम। ਕਿਹੜੀ ਥਿਓਰਮ ਆਉਂਦੀ ਹੈ ਜੀ ਫਰਮਟ ਥਿਓਰਮ। ਤੁਸੀਂ ਇਦਾਂ ਦੇ क्वेश्चन ठीक है जी ट्राई करने ने खुद हेल्प लै लो किसी भी असाइनमेंट वगैरह की। ठीक है ਤੁਸੀਂ ਇਦਾਂ ਦੇ क्वेश्चन सुनाए सॉल्व करो ਤਾਂ ਤੁਹਾਨੂੰ बिल्कुल गल क्लीयर हो जानी है सारी इन्हों के बारे सोल्यूशन बारे होंगे सोल्यूशन डायोफेंटाइन क्वेश्चन। चलो फर्मट थ्योरम इंपोर्टेंट है जी, नेम वाइज भी पूछी जा सकती है, इसका रिजल्ट भी बहुत यूज होता है। अब प्राइम नंबर ते थ्योरम है इफ p इज ए प्राइम, इफ p is a prime
P अपने को कोई प्राइम है and A and A and integer A कोई integer P प्राइम है A integer है such that A ਤੇ P ਦਾ GCD ਜਿਹੜਾ ਹੋਏਗਾ ਉਹ 1 ਹੋਏਗਾ ਪਹਿਲੀ ਗੱਲ P ਪ੍ਰਾइम ਹੈ A integer ਹੈ ਔਰ ਉਹਨਾਂ ਦਾ GCD 1 ਹੈ then ਆ ਰਿਜ਼ਲਟ ਲਿਖਣ ਲੱਗਿਆ ਮੈਂ then A ਦੀ ਪਾਵਰ P minus 1 ठीक है जी इक्वल टू होएगा 1 mod P अगर A ਦੀ ਪਾਵਰ ਆਪਾਂ P ਮਾਈਨਸ ਯਾਨੀ ਕਿ ਪ੍ਰਾਈਮ ਮਾਈਨਸ 1 ਕਰਾਂਗੇ ਤਾਂ ਉਹ ਆਲਵੇਜ਼ ਰਿਮਾਈਂਡਰ ਦੇਗਾ 1 ਜਾਂ ਫਿਰ ਇਹਨੂੰ ਲਿਖ ਸਕਦੇ ਆਪਾਂ A ਦੀ ਪਾਵਰ P ਇਕੁਅਲ ਟੂ A mod P A mod P ਆ ਕਿਵੇਂ ਹੋਇਆ ਜੀ ਦੇਖੋ ਆਪਾਂ ਨੂੰ ਐਵੇਂ ਲਿਖ ਸਕਦੇ ਨਾ A ਦੀ ਪਾਵਰ P A ਦੀ ਪਾਵਰ ਮਾਈਨਸ 1 1 mod P ठीक है जी मैं आ चीज बनानी दसना इस तो A ਦੀ ਪਾਵਰ P A ਕੀ ਹੋ ਗਿਆ 1 by A 1 mod P A ਦੀ ਪਾਵਰ P ਆ ਇਹਦੀ ਮਲਟੀਪਲਾਈ ਉਧਰ A ਦੀ ਪਾਵਰ P mod P ਆ ਦੋਨੋਂ ਰਿਜ਼ਲਟ ਹੀ ਕਿਹਦੇ ਨੇ ਫਰਮਰ ਥਿਓਰਮ ਦੇ A ਦੀ ਪਾਵਰ P minus 1 ਇਕੁਅਲ ਟੂ 1 mod P ਅਗਰ ਕਿਸੇ ਇੰਟੀਜਰ ਦੀ ਆਪਾਂ ਪਾਵਰ ਲੈ ਲਈਏ ਪ੍ਰਾਈਮ ਮਾਈਨਸ 1 ਤਾਂ ਉਹ ਆਲਵੇਜ਼ ਰਿਮਾਈਂਡਰ ਦੇਗਾ 1 ਅਗਰ ਉਸੇ ਪ੍ਰਾਈਮ ਨੰਬਰ ਨਾਲ ਡਿਵਾਈਡ ਕਰ ठीक है जी चलो वेरीफाई करिए वेरीफाई करते हैं चलो वेरीफाई A8 हैगा P3 A8 है P3 है वेरीफाई करो फॉर्मूला से 8 दी पावर P minus 1 यानी कि 3 minus 1 इक्वल टू कॉन्ग्रेंट 1 mod P यानी कि 3 रिमाइंडर 1 आना चाहिए 3 दी पावर 2 3 दी पावर 2 रह गया ये हो गया 1 mod P यानी कि mod 3 तो ये हो गया 64 1 mod 3 64 ਨੂੰ 3 ਨਾਲ ਡਿਵਾਈਡ ਕਰਾਂਗੇ ਤਾਂ ਇਹ 63 ਤੱਕ ਤਾਂ ਪੂਰਾ ਚੱਲ ਜਾਏਗਾ रिमाइंडर बचेगा ओनली 1 तो बिल्कुल राइट जो फॉर्मूला थ्योरम सी भी हो वेरीफाई हो अगर कोई भी इंटीजर की पावर ਆਪਾਂ प्राइम लेनी है प्राइम माइनस 1 लेनी है ਉਹਦਾ रिमाइंडर ऑलवेज 1 आएगा अगर ਉਹਨੂੰ ਉਸੇ प्राइम नंबर ਨਾਲ ਆਪਾਂ डिवाइड करते ठीक है जी क्लियर विल्सन थ्योरम तो पहला मैं चाहना कि ਤੁਸੀਂ ਮੈਨੂੰ ਇੱਕ ਵੈਰੀਫਾਈ ਕਰਕੇ ਦਿਖਾ ਦਿਓ A हैगा अपने को 4 P हैगा 5 कि जल्दी दसो वेरीफाई करो कि ये वेरीफाई कर रही है या नहीं कर रही फॉर्मूला थ्योरम ये वेरीफाई रही है या नहीं दसो जी जल्दी A4 P5 ਤੇ फॉर्मूला थ्योरम ਜਿਹੜੀ ਹੈਗੀ ਹੈ ਉਹ वेरीफाई हो रही है या नहीं तो चेक कर लो जी 4 दी पावर 4 यही रहेगा 1 mod 5 4 दी पावर 4 1 4 दी पावर 4 की आएगा जी 4 दी पावर 4 आएगा 256 A ऑलवेज देगा 1 रिमाइंडर 1 mod 5 वेरीफाई हो ठीक है जी इतना ਦੇ ਜਦੋਂ ਅੱਗੇ ਆਪਾਂ MCQ ਕਰਾਂਗੇ ਉਦੋਂ ਬਿਲਕੁਲ ਗੱਲ ਕਲੀਅਰ ਹੋ ਜਾਏਗੀ ਉਹ ਕਰਦੇ ਆ ਆਪਾਂ ਵਿਲਸਨ ਥਿਓਰਮ ये भी प्राइम नंबर की थ्योरम है if P is prime then P minus 1 ਦਾ ਅਗਰ ਆਪਾਂ ਫੈਕਟੋਰੀਅਲ ਕਰਾਂਗੇ ਪ੍ਰਾਈਮ ਮਾਈਨਸ 1 ਦਾ ਫੈਕਟੋਰੀਅਲ ਕਰਾਂਗੇ ਤਾਂ ਉਹ ਆਲਵੇਜ਼ ਰਿਮਾਈਂਡਰ ਆਪਾਂ ਨੂੰ ਦੇਗਾ -1 mod P -1 mod P ਆ ਹੁੰਦੀ ਹੈ ਜੀ ਵਿਲਸਨ ਥਿਓਰਮ और वो लिखा जा सकता है P -1 का फैक्टोरियल आ -1 में इधर ले आइए +1 कर दिए
ये ऑलवेज रिमाइंडर देगा 0 मोड p, 0 मोड p आ ਹੁੰਦੀ ਹੈ ਆਪਣੇ ਕੋਲੇ ਵਿਲਸਨ ਥਿਓਰਮ। ਕਿਹੜੀ ਥਿਓਰਮ ਹੈ ਇਹ? ਵਿਲਸਨ ਥਿਓਰਮ। ਉਹਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਫਰਮਟ ਥਿਓਰਮ ਤੇ ਵਿਲਸਨ ਥਿਓਰਮ ਦੇ ਵਿੱਚੋਂ p - 1 ਦਾ ਫੈਕਟੋਰੀਅਲ -1 ਮੋਡ p ਜਾਂ p - 1 ਫੈਕਟੋਰੀਅਲ +1 ਇਕੁਅਲ ਟੂ 0 ਮੋਡ p। और थर्मल थ्योरम की सीगी प्राइम किसी भी इंटीजर की अगर प्राइम -1 करते हैं तो ऑलवेज रिमाइंडर देती है 1 अगर उसे प्राइम ना डिवाइड करते। चलिए लोग जी क्वेश्चन कर दिए इस पे क्वेश्चन ਆਪਾਂ ਕੀ ਕਰਦੇ ਹਾਂ ਜੀ ਵਿਲਸਨ ਥਿਓਰਮ ਤੇ ਦੇਖਣੀ ਹੈ ਕਿ ਇਹਨੂੰ ਸੈਟੀਸਫਾਈ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਆਪਾਂ ਸ਼ੋ ਕਰਨਾ 21 ਫੈਕਟੋਰੀਅਲ ਇਕੁਅਲ ਟੂ 1 ਮੋਡ 23 ਆਪਾਂ ਚੀਜ਼ ਲੈ ਕੇ ਆਉਣੀ ਠੀਕ ਹੈ ਜੀ। ਆਹ ਚੀਜ਼ ਆਪਾਂ ਬਣਾਉਣੀ ਹੈ ਕਿਵੇਂ ਹੁਣ ਦੇਖੋ 23 ਪ੍ਰਾਈਮ ਹੈ ਤੇ ਤੋਂ ਚੈੱਕ ਕਰ ਲਓ 23 ਚੱਕਾਂਗੇ ਤਾਂ ਕੀ ਹੁੰਦੀ ਹੈ ਇਹ ਆਪਣੇ ਕੋਲੇ 23 - 1 फैक्टोरियल इक्वल टू -1 मोड 20। इसी का रिजल्ट ही लिखांगे आप कितना रह गया 22 है ना 22 फैक्टोरियल इक्वल टू -1 मोड 23 क्लियर। 22 की लिख सकते हैं 22 इंटू 21 फैक्टोरियल -1 मोड 23। 22 ਨੂੰ ਅਗਰ ਆਪਾਂ ਡਿਵਾਈਡ ਕਰਦੇ ਹਾਂ 23 ਨਾਲ ਤਾਂ ਰਿਮਾਈਂਡਰ ਬਚੇਗਾ -1 21 ਫੈਕਟੋਰੀਅਲ -1 ਮੋਡ 23 ਤਾਂ -1 ਨਾਲ -1 कैंसिल ਤਾਂ ਕੀ ਰਿਜ਼ਲਟ ਆ ਗਿਆ 21 ਫੈਕਟੋਰੀਅਲ 1 ਮੋਡ 23 ਤਾਂ ਇਹ ਆਪਾਂ ਪ੍ਰੂਵ ਕਰਨਾ ਸੀ। ਵਿਲਸਨ ਥਿਓਰਮ ਕੀ ਹੋਗੀ ਸੈਟੀਸਫਾਈ। ਬਾਕੀ ਆਪਾਂ ਨੂੰ ਨੇਮ ਵਾਈਜ਼ ਹੀ ਜ਼ਿਆਦਾ ਇੰਪੋਰਟੈਂਟ ਦਾ ਥਿਓਰਮ ਸਿੱਧੀਆ ਥਿਓਰਮ ਦੇ ਕੇ ਪੁੱਛ ਲੈਣਗੇ ਕਿਹੜੀ ਥਿਓਰਮ ਹੈ ਵਿਲਸਨ ਹੈ ਫਰਮਟ ਹੈ ਈਲਰ ਥਿਓਰਮ ਹੈ ਤਾਂ ਤੁਸੀਂ ਯਾਦ ਰੱਖੋ। ਚਲਿਏ ਜੀ ਨੈਕਸਟ ਈਲਰ ਫੰਕਸ਼ਨ ਵੈਰੀ ਇੰਪੋਰਟੈਂਟ ਕਨਸੈਪਟ ਹੈਗਾ ਜੀ ਈਲਰ ਫੰਕਸ਼ਨ ਦਾ। ਇੱਕ ਜਾਂ ਦੋ ਕੁਐਸਚਨ ਈਲਰ ਫੰਕਸ਼ਨ ਦੇ ਵਿੱਚੋਂ ਪੁੱਛੇ ਹੀ ਜਾਂਦੇ ਹਨ। ਈਲਰ ਫੰਕਸ਼ਨ ਆਪਣਾ ਕੀ ਹੁੰਦਾ ਫਾਈ ਐਨ ਹੁੰਦਾ ਈਲਰ ਫੰਕਸ਼ਨ ठीक है जी। अगर आप ईलर फंक्शन कढ़ना है किसी भी प्राइम नंबर अगर किसी भी प्राइम नंबर का अगर आप ईलर फंक्शन कढ़ना है मान लो फाइव प्राइम ਉਹਦਾ ਰਿਜ਼ਲਟ ਜਿਹੜਾ ਹੋਏਗਾ ਆਲਵੇਜ਼ ਹੋਏਗਾ ਪ੍ਰਾਈਮ -1 ਪ੍ਰਾਈਮ -1। देखो फाइव टू अगर आप फाइव टू फाइंड करना है फाइव टू तब की होगा टू प्राइम है तो ये आएगा ऑलवेज 2 - 1 इक्वल टू फाइव थ्री। अगर आप फाइव थ्री फाइंड करना है तो ये की होएगा 3 - 1 2 फोर नहीं प्राइम हैगा फोर छड़ दो एक बार फाइव 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 का की होएगा 5 - 1 4 6 प्राइम 7 प्राइम है तो 7 का की होएगा 7 - 1 इक्वल टू 6 ये की हो गया ईलर फंक्शन ठीक है जी। 11 का देख लो फाइव 11 का ये होएगा 11 - 10 फाइव 13 का देख लो 13 - 1 12 फाइव 17 का देख लो 17 - 1 16। ਤਾਂ ਇਹ ਸਾਰੇ ਜੀ ਅਗਰ ਆਪਾਂ ਪ੍ਰਾਈਮ ਨੰਬਰ ਦੇ ਕੱਢਣੇ ਹੋਣ ਤਾਂ ਇਹ ਐਦਾਂ ਨਿਕਲਦੇ ਨੇ। ਅਗਰ ਕਿਸੇ ਵੀ ਪ੍ਰਾਈਮ ਨੰਬਰ ਦਾ ਆਪਾਂ ਫਾਈਵ ਈਲਰ ਫੰਕਸ਼ਨ ਕੱਢਣਾ ਹੋਵੇ ਤਾਂ ਉਹ ਸਿੰਪਲੀ -1 ਸਬਟ੍ਰੈਕਟ ਹੋਏ। ਕਲੀਅਰ ਹੋ ਗਈ ਗੱਲ ਸਿੰਪਲੀ -1 ਕੀ ਹੋ ਜਾਂਦਾ ਹੈ ਸਬਟ੍ਰੈਕਟ ਹੋ ਜਾਂਦਾ ਹੈ। ਆਲਵੇਜ਼ ਕਲੀਅਰ ਸਭ ਨੂੰ ਜੀ। ਅਗਰ ਪ੍ਰਾਈਮ ਨੰਬਰ ਦਾ ਆਪਾਂ ਈਲਰ ਫੰਕਸ਼ਨ ਕੱਢਣਾ ਹੈ ਤਾਂ ਉਹਦੇ ਵਿੱਚੋਂ -1 ਸਬਟ੍ਰੈਕਟ ਹੋ ਜਾਏਗਾ। ਮਲਟੀਪਲਾਈ ਕੀਤੀ मतलब ਹੁਣ ਆਪਣੇ ਕੋਲੇ ਪ੍ਰਾਈਮ ਨਾ ਆਵੇ ਤਾਂ जब प्राइम ना आए फिर कि करेंगे तो फिर अपने को हैगा जी दो ਇਹਦਾ मैथड एफ ए बी यानी कि फाइव ए बी की हो जाएगा फिर फाइव ए फाइव बी फाइव बट इंटीजर की होने चाहिए दोनों को प्राइम होने चाहिए
ए एंड बी को प्राइम मतलब उन्होंने जीसीडी की होना चाहिए 1 होना चाहिए ए एंड बी को प्राइम टू ईच अदर एक दूजे के को प्राइम होने चाहिए। तो देखो जी अगर आप हम कढ़ना है 5 6 कढ़ना है तो 5 6 ਨੂੰ ਕੀ ਲਿਖ ਸਕਦੇ ਹਾਂ 5 2 into 3 ਇਹਨੂੰ ਅਲੱਗ-ਅਲੱਗ ਕਰ ਸਕਦੇ ਹਾਂ 5 2 5 3 क्योंकि दोनों एक दूसरे के को प्राइम ने 5 2 2 minus 1 5 3 दोनों प्राइम ने 3 भी प्राइम है 3 minus 1 तो कितना आ गया 2 minus 1 1 3 minus 1 2 का ये आ गया तो ये ਆਪਾਂ ਇਦਾਂ ਕਰ ਸਕਦੇ ठीक है जी क्लियर अगर आप निकालना हो 5 4 का 5 4 5 4 ਨੂੰ ਆਪਾਂ 2 into 2 ਲਿਖਾਂਗੇ ਬਟ ਉਹ ਦੋਨੋਂ ਤਾਂ ਇੱਕ ਦੂਜੇ ਦੇ ਕੋ ਪ੍ਰਾਈਮ ਨਹੀਂ ਹੈਗੇ ਤਾਂ ਉਹਨਾਂ ਨੂੰ ਆਪਾਂ ਅਲੱਗ ਨਹੀਂ ਕਰ ਸਕਦੇ ਬਟ 5 4 ਨੂੰ ਆਪਾਂ ਕੀ ਲਿਖਾਂਗੇ ਫਿਰ 5 4 ਨੂੰ ਲਿਖਾਂਗੇ ਆਪਾਂ 2 ਦੀ ਪਾਵਰ 2 ਇਹਦਾ ਇੱਕ ਹੋਰ ਮੈਥਡ ਹੁੰਦਾ ਹੈ 2 ਦੀ ਪਾਵਰ 2 ਦਾ ਇਹ ਹੁੰਦਾ 2 ਦੀ ਪਾਵਰ 2 ਮਾਈਨਸ 2 ਦੀ ਪਾਵਰ 1 ਠੀਕ ਹੈ ਜੀ ਯਾਨੀ ਕਿ ਅਗਰ ਆਪਾਂ ਕੱਢਣਾ ਹੋਵੇ 5 ਦੀ ਪਾਵਰ p ਦੀ ਪਾਵਰ k ਇਹਦਾ ਕੱਢਣਾ ਹੋਵੇ ਤਾਂ ਉਹ ਕੀ ਹੁੰਦਾ ਹੈ p ਦੀ ਪਾਵਰ k ਮਾਈਨਸ p ਦੀ ਪਾਵਰ k ਮਾਈਨਸ 1 ਜਦੋਂ ਮੈਂ ਜੀ ਆਪਣੇ ਕੋਲ ਅਗਰ ਆਪਾਂ 5 ਕੱਢਣਾ ਹੋਵੇ ਕਿਸੇ ਵੀ ਪ੍ਰਾइम ਦੀ ਪਾਵਰ ਦਾ p ਕੀ ਹੈ ਪ੍ਰਾइम देखो 2 ਤਾਂ ਪ੍ਰਾइम ਹੈ ਉਹਦੀ ਪਾਵਰ ਕੁਝ ਵੀ ਹੋਵੇ ਆਪਾਂ ਨੂੰ ਕੋਈ ਮਤਲਬ ਨਹੀਂ ਤਾਂ ਉਹ ਹੁੰਦਾ ਪ੍ਰਾइम ਦੀ ਪਾਵਰ ਐਜ ਇਟ ਇਜ਼ ਮਾਈਨਸ ਪ੍ਰਾइम ਦੀ ਪਾਵਰ ਇੱਕ ਘੱਟ ਤਾਂ 2 ਦੀ ਪਾਵਰ ਐਜ ਇਟ ਇਜ਼ 2 ਤੇ 2 ਦੀ ਪਾਵਰ ਇੱਕ ਘੱਟ ਯਾਨੀ ਕਿ 4 ਮਾਈਨਸ 2 2 ਜਿਵੇਂ ਹੁਣ 9 ਦੇਖ ਲਓ 9 ठीक है जी अगर आप ਕੱਢਣਾ 5 9 5 9 ਕੱਢਣਾ 5 9 ਨੂੰ ਕੀ ਲਿਖ ਸਕਦੇ ਹਾਂ 5 3 ਦੀ ਪਾਵਰ 2 3 ਦੀ ਪਾਵਰ 2 ਲਿਖਾਂਗੇ ਪ੍ਰਾइम आ गया 3 तो ਉਹਦੀ ਪਾਵਰ 2 ਤਾਂ ਇਹਨੂੰ ਲਿਖਾਂਗੇ 3 ਦੀ ਪਾਵਰ 2 माइनस 3 की पावर 1 तो 9 माइनस 3 ये आएगा 6 6 क्लियर हो गया मल्टीप्लाई के दो बूटे अपना इधर फंक्शन अगर किसी भी प्राइम का करना है तो सिंपली प्राइम माइनस 1 हो जाए अगर आप कोई भी प्राइम नंबर नहीं हैगा तो फिर ਉਹਨੂੰ ਆਪਾਂ बट अगर दो नंबर इंटीजर को प्राइम बनते हैं एक दूसरे की तो उन्होंने अलग अलग करके कर अगर फिर किसी प्राइम की पावर आती है तो उन्होंने ਆਪਾਂ ਨੂੰ p ਦੀ ਪਾਵਰ k ਮਾਈਨਸ p ਦੀ ਪਾਵਰ k ਮਾਈਨਸ 1 ਕਰਕੇ ਕਰ ਸਕਦੇ ठीक है जी डन जिमें ਹੁਣ ਆਪਾਂ ਕੀ ਕੱਢਣਾ ਹੈ ਮੰਨ ਲਓ ਆਪਾਂ ਕੱਢਣਾ ਹੈ 5 8 5 8 फाइंड करना 5 8 ਨੂੰ ਕੀ ਲਿਖਾਂਗੇ ਆਪਾਂ 5 2 into 4 है ना 2 into 4 ਲਿਖਾਂਗੇ बट ये दोनों एक दूसरे के को प्राइम नहीं है तो इन्हों अलग अलग नहीं कर सकते तो ये कैंसिल तो फिर आप 5 8 ਨੂੰ ਕੀ ਲਿਖਾਂਗੇ 2 ਦੀ ਪਾਵਰ 3 ਲਿਖਾਂਗੇ ਤਾਂ ਇਹਦਾ ਕੀ ਬਣੇਗਾ ਦੇਖੋ ਉਹ ਪ੍ਰਾइम ਦੀ ਪਾਵਰ कुछ भी हो तो 2 ਦੀ ਪਾਵਰ 3 माइनस 2 ਦੀ ਪਾਵਰ एक घट है यानी कि 2 ये होगा 8 माइनस 4 ये आ गया आप करना ठीक है जी क्लियर हो गया इन जनरल अगर आप लिखना हो 5 n1 n2 अप टू n तो की हो जाएगा 5 n1 5 n2 5 n इन जनरल क्लियर अगर अपने को एक होर आती है थ्योरम देखो जी बहुत इंपॉर्टेंट थ्योरम है ये भी आप करनी है हुण कोई अपने को अगर पॉजिटिव इंटीजर है पॉजिटिव इंटीजर n ग्रेटर देन मान लो अगर अपन 5 जिवें अपन 500 का फाइंड करना 600 का फाइंड करना बड़े नंबर वाला अगर 5 फाइंड करना तो किवें फाइंड करना अगर अपने को पॉजिटिव इंटीजर n ग्रेटर देन 1 है तो 5n अपना की होएगा वो अपना 5n होएगा जी ओ वाला n माइनस 1 बाय
1 बाई पी वन ਉਹਦਾ प्राइम फैक्टर पहला प्राइम फैक्टर 1 माइनस 1 बाई पी टू उसका दूसरा प्राइम फैक्टर 1 माइनस 1 बाई पी थ्री अप टू सो ऑन। ठीक है जी, ये होएगा फार्मूला अगर अपने कोले n ग्रेटर दैन 1 है। n ग्रेटर दैन 1 है। एग्जांपल लेने देखो जी, एग्जांपल फाई अगर ਆਪਾਂ ਨੂੰ फाइंड करना है 105 105 ਦਾ फाइंड करना है। ਹੁਣ 105 ਦੇ ਫੈਕਟਰ ਦੇਖੋ, ਪ੍ਰਾਈਮ ਫੈਕਟਰ ਕਿਹੜੇ ਕਿਹੜੇ ਬਣਨਗੇ 3 into 5 into 7 ਇਹ ਬਣਨਗੇ 105 ਨੂੰ ਆਪਾਂ ਇਦਾਂ ਲਿਖ ਸਕਦੇ ਹਾਂ। ਇੱਕ ਫੈਕਟਰ ਤਾਂ ਹੋ ਗਿਆ 3 5 7 ਤਾਂ ਕੀ ਫਾਰਮੂਲਾ 5n यानी कि 5 105। ठीक है जी, n n n ਤਾਂ ਹੀ ਹੋਏਗਾ 5n यानी कि 105 1 माइनस 1 माइनस 1 बाई p1 पहला प्राइम फैक्टर 1 बाई 3 1 माइनस 1 बाई दूसरा प्राइम फैक्टर 5 1 माइनस 1 बाई तीसरा प्राइम फैक्टर कितना होएगा 7 तो कितना हो गया ये 105 ये हो गया 2 बाई 3 4 बाई 5 6 बाई 7 आता सारा इतना कटे गया ठीक प्राइम फैक्टर से तो हो गया 8 into 6 48 ये आ गई अपने को फिंगर स्ट्रक्चर आ गई। ठीक है जी, ये मैथड सीगा। दूसरा मैथड और दूसरा मैथड देखो 3 भी प्राइम 5 भी प्राइम 7 भी प्राइम इनू आप लिख सकते हैं देखो 5 3 5 7 ऐसा लिखा जा सकता है। इनू भी कर सकते हैं कि तीनों एक दूसरे के को प्राइम ने 5 5 5 7 ये दो मैथड ने एक आ मैथड भी है एक आ आंसर सेम आएगा। इनू आप लिख सकते हैं 3 माइनस 1 इनू 5 माइनस 1 इसनू 7 माइनस कितना हो गया 2 4 6 आंसर ਤਾਂ ਵੀ ਕਿੰਨਾ ਆਏਗਾ 48 ਆएगा। आंसर कितना आएगा 48। दोनों मैथड अपने कोल ने ਤੁਸੀਂ ਚਾਹੇ ਆ ਜਨਰਲ ਮੈਥਡ ਲਗਾ ਲਓ। ਆ ਜਨਰਲ ਹੈਗਾ ਜੀ ਹਰ ਇੱਕ ਲਈ ਹੈ ਅਪਲਾਈ ਹੋ ਜਾਂਦਾ ਹਰ ਇੱਕ ਵੀ क्वेश्चन ਤੇ। ठीक है जी, कोई भी अगर अपने को क्वेश्चन आएगा तो यही उस पर अप्लाई हो जाए। क्वेश्चन की है अपने को फाइंड 5 600 5 600 फाइंड करना है 5 600। ठीक है हम 600 ਨੂੰ ਦੇਖੋ ਕਿਵੇਂ ਕਰਾਂਗੇ ਆਪਾਂ 600 ਨੂੰ ਕੀ ਫੈਕਟਰ ਬਣਾਵਾਂਗੇ 600 ਦੇ ਕਰਕੇ ਦੇਖ ਲਓ 300 2 ਤੇ ਗਿਆ 150 3 ਤੇ ਗਿਆ 50 2 ਦੀ कर दो ना फिर भी 75 ਹੁਣ कर दो 3 ਤੇ 25 ਹੁਣ कर दो 5 ਤੇ 5 5 ਤੇ 5 का मतलब की हो गया 2 ਦੀ पावर 3 3 ਦੀ पावर 1 5 ਦੀ पावर 2 आ बनेंगे प्राइम फैक्टर। हाँ की बन गए फैक्टर बन गए। तो हम देखो की करें ਅਸੀਂ ਆਪਾਂ ਫਾਰਮੂਲਾ n ਦਾ n ਦਾ ਕੀ ਫਾਰਮੂਲਾ ਸੀ n 1 माइनस 1 बाई पहला प्राइम फैक्टर 1 माइनस 1 बाई दूसरा प्राइम फैक्टर 1 माइनस 1 बाई तीसरा प्राइम फैक्टर तो ऑन। हम देखो 5n यानी कि फाइन 600 n यानी कि 600 1 माइनस 1 बाई पहला प्राइम फैक्टर कितना है 2 1 बाई 2 1 माइनस 1 बाई दूसरा प्राइम फैक्टर 3 3 1 माइनस 1 बाई तीसरा प्राइम फैक्टर 5 कितना होगा जी अपने को 600 1 बाई 2 2 बाई 3 4 बाई 5 ठीक है जी कर दो 300 100 20 20 into 2 40 40 into 4 160 160 के लिए इधर फंक्शन की वैल्यू कितनी आ गई 160। इस तरह अपन कर सकते हैं 160 आ गई इधर फंक्शन की वैल्यू कितनी आ गई
160। क्लियर हो गया? चलो आ क्वेश्चन करके दिखाओ। चल फाइंड 568। देखते हैं जी कौन करेगा। किसका बिल्कुल राइट आंसर आता है फाइंड 568। अपने फाइंड करना है जी 568। 168 ਦੇ ਫੈਕਟਰ ਦੇਖ ਲਓ ਕਿਹੜੇ ਕਿਹੜੇ ਬਣਦੇ ਨੇ 68 ਦੇ। 2 ਤੇ ਕਰਾਂਗੇ 34, 2 ਤੇ ਕਰਾਂਗੇ 17, ਆ ਹੋ ਗਏ 2 ਦੀ ਪਾਵਰ 2 17, है ना? यही हो गया दो। तो देखो जी 568 की मेथड 68 इंटू 1 माइनस पहला प्राइम फैक्टर 2, 1 माइनस दूसरा प्राइम फैक्टर 70, 68। ये हो गया 1/2, ये हो गया 16/70। 2 ना कटा 34, 17 ने कटा 2, 2 इंटू 16 32। जिन्होंने भी 32 आंसर दिता बिल्कुल राइट है जी 32 आंसर। ठीक है जी इतना आंसर आ गया था 32 आ 568। क्लियर? इन्ने बड़े क्वेश्चन हालांकि ਆਪਾਂ ਨੂੰ ਪੁੱਛੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ ਬਟ ਫਿਰ ਵੀ ਆਪਾਂ ਨੂੰ ਤਰੀਕਾ ਇਸ ਦਾ ਹੈਗਾ ਜਿਹੜਾ ਉਹ ਆਂਦਾ ਹੋਵੇ ਬਾਈ ਚਾਂਸ ਅਗਰ ਇਦਾਂ ਦਾ ਕੁਐਸਚਨ ਆ ਜਾਏ ਤਾਂ ਆਪਾਂ ਨਾ ਗਲਤ ਨਾ ਹੋਵੇ ਰੋਂਗ ਨਾ। ਸੋ 5462 करो जी जल्दी 5462। अब देखो जी 462 का पहला फैक्टर बनाओ 462 पहले तो 2 पे जाएगा कितना आएगा 231 231 फिर कितना जाएगा 3 पे हाँ 2 21 21 और 21 77 7 पे जाएगा 11 11 पे जाएगा 1 तक ही आ गया 2 की पावर 1 3 की पावर 1 7 की पावर 1 11 की पावर। इतने अपने को दो मैथड ने किसी मैथड ना कर सकते हैं। पहला मैथड वही वाला 5462 कितना 462 1 माइनस 1/2 1 माइनस 1/3 1 माइनस 1/7 1 माइनस 1/11 ना हो गया जी 462 1/2 2/3 6/7 10/11 ये सारे कितने जाएंगे इसके ना एक ना गया 12 इंटू 10 120। एक तो आ मैथड आ गया। दूसरा मैथड देखो कि सारे को प्राइम ने आपस ਦੇ ਵਿੱਚ को प्राइम ने मतलब कि सारे का जीसीडी 1 है ताकि कि लिख सकते हैं 2 इंटू 3 इंटू 7 इंटू 11 ਇਹਨਾਂ ਨੂੰ ਅਲੱਗ-ਅਲੱਗ ਕਰ ਸਕਦੇ हैं 52 53 57 5 11 ठीक है जी अलग-अलग कर सकते हैं। कहीं आ गया 2 माइनस 1 ये हो गया 3 माइनस 1 ये हो गया 7 माइनस 1 ये हो गया 11 माइनस 1 2 6 10 तभी आंसर कितना आएगा 120 डिग्री। आंसर कितना आ गया 120। कितना आंसर आया 120। क्लियर? अब हम अपने को की है जी Euler's जनरलाइजेशन थ्योरम और फर्मर्स थ्योरम। Euler's जनरलाइजेशन और फर्मर्स थ्योरम ये अपने को की है जी अगर a any integer है a if a be any integer if a be any integer and m be a positive integer m positive है and m be a positive integer a कोई भी इंटीजर है m पॉजिटिव इंटीजर है एंड a ਤੇ m ਦਾ GCD 1 ਹੈਗਾ a ਤੇ m ਦਾ GCD 1 ਹੈ then ਕੀ ਹੋਏਗਾ a ਦੀ ਪਾਵਰ 5m to the power 5m is equal to 1 more m होएगा। ये कहती है इनवर्स जनरलाइजेशन थ्योरम ऑफ फर्मर। ये इनवर्स जनरलाइजेशन ऑफ फर्मर थ्योरम a ਦੀ पावर 5m ठीक है जी।
ਜਿਹੜਾ m ਹੈ m ਦੇ ਅਗਰ ਆਪਾਂ ਇਧਰ ਫੰਕਸ਼ਨ ਬਣਾਵਾਂਗੇ ਉਹ a ਦੀ ਪਾਵਰ ਕਰਾਂਗੇ ਤਾਂ ਉਹ ਆਲਵੇਜ਼ ਦੇਗਾ 1 ਰਿਮਾਈਂਡਰ ਅਗਰ ਆਪਾਂ ਡਿਵਾਈਡ ਕਰਾਂਗੇ m ਨਾਲ ਇਹ ਆਪਾਂ ਨੂੰ ਕੀ ਕਹਿੰਦੀ ਹੈ ਇਨਵਰਸ ਜਨਰਲਾਈਜੇਸ਼ਨ ਥਿਓਰਮ। ਨੈਕਸਟ ਆਉਂਦਾ ਜੀ ਆਪਣੇ ਕੋਲੇ ਡੀ ਪੋਲੀਜੈਨਿਕਸ ਫਾਰਮੂਲਾ। ਡੀ ਪੋਲੀਜੈਨਿਕ ਫਾਰਮੂਲਾ ਕੀ ਹੁੰਦਾ? ਇਹ ਹੁੰਦਾ ਆਪਣੇ ਕੋਲੇ ਫਾਈਂਡ ਕਰਨ ਵਾਸਤੇ ਹਾਈਐਸਟ ਪਾਵਰ ਟੂ ਫਾਈਂਡ highest power of a prime to find highest power of a prime contained in n factorial। ठीक है जी। अब की होएगी अपने को वो होएगी I 1 to infinity n upon pi ਅਸੀਂ ਚੱਲਦੀ ਜਾਏਗੀ। ਫॉर एग्जांपल कर लेने जिवें 100 फैक्टोरियल ਦੇ ਵਿੱਚ ਆਪਾਂ ਦੇਖਣਾ ਹੈ 3 ਦੀ ਹਾਈਐਸਟ ਪਾਵਰ 3 ਦੀ ਹਾਈਐਸਟ ਪਾਵਰ ਦੇਖਣੀ ਹੈ 100 ਫੈक्टोरियल 100 ਨੂੰ ਪਹਿਲਾਂ ਡਿਵਾਈਡ ਕਰ ਲਓ ਕਿੰਨੇ ਨਾਲ 3 ਨਾਲ ਕਿੰਨਾ ਆ ਗਿਆ 33 ਫਿਰ ਡਿਵਾਈਡ ਕਰ ਲਓ ਜੀ 100 ਨੂੰ 3 ਦੀ ਪਾਵਰ 2 ਨਾਲ ਕਿੰਨਾ ਹੋ ਗਿਆ 9 ਨਾਲ ਕਰਾਂਗੇ ਤਾਂ ਇਹ ਆਏਗਾ ਕਿੰਨਾ ਆਏਗਾ ਜੀ ਉਸ ਤੋਂ ਬਾਅਦ 11 ਵੀ 9 99 ਬਣ ਜਾਏਗਾ। फिर 100 ਨੂੰ डिवाइड कर लो 3 ਦੀ ਪਾਵਰ 3 ਨਾਲ 27 ਇਹ ਆਏਗਾ 3 ਉਸ ਤੋਂ ਬਾਅਦ 4 ਕਰਾਂਗੇ 81 3 ਪਾਵਰ 81 ਬਣ ਜਾਏਗਾ ਓਨਲੀ ਇੱਕ ਬਾਰ ਉਸ ਤੋਂ ਅੱਗੇ ਹੋਣਾ ਇਹਨਾਂ ਨੂੰ ਐਡ ਕਰ ਦੋ 3 ਦੀ ਪਾਵਰ 3 11 3 plus 1 44 ਤੇ 47 ਤੇ 48 ਤਾਂ 3 ਦੀ ਪਾਵਰ 48 ਹੋਏਗੀ ਹਾਈਐਸਟ ਪਾਵਰ ਕਿੰਨੀ ਹੋਏਗੀ 48 3 3 ਦੀ ਕਿੰਨੀ ਪਾਵਰ ਹੋਏਗੀ ਹਾਈਐਸਟ 48। Find the highest power of 7 which is contained in 1000 factorial। 7 ਦੀ ਹਾਈਐਸਟ ਕੱਢਣੀ ਹੈ 1000 factorial 1000 ਨੂੰ ਡਿਵਾਈਡ ਕਰ ਦੋ ਪਹਿਲਾਂ 7 ਨਾਲ ਕਿੰਨਾ ਆਏਗਾ ਦੇਖੋ ਜੀ 142 ਹੁਣ ਕਰ ਲਓ 1000 ਨੂੰ ਡਿਵਾਈਡ 7 ਦੀ ਪਾਵਰ 2 ਨਾਲ ਕਿੰਨਾ 49 डिवाइड करांगे तो ये आएगा अपने को 20 50 तो 15 to 20 1000 तो थोड़ा जा घट फिर 1000 ਨੂੰ कर लो डिवाइड 7 ਦੀ पावर 3 ਨਾਲ 7 ਦੀ पावर 3 ਨਾਲ ਕਰਾਂਗੇ ਤਾਂ ਇਹ ਆਏਗਾ ओनली 2 50 ਸਾਥੇ ठीक है जी आए 1000 2 ਵਾਲੀ ਆਏਗਾ ਬਸ ਫਿਰ ਆਪਾਂ ਕਰ ਲਾਂਗੇ 1000 ਦੀ ਪਾਵਰ 7 ਦੀ ਪਾਵਰ 4 ਇੱਥੇ ਆਏਗਾ ਆਪਣੇ ਕੋਲ 0 ठीक है जी 1000 तो ग्रेटर हो जाएगी नीचे तो इतने आएगी जी इन्होंने ऐड कर दो 142 प्लस 20 प्लस 2 कितना आ गया 164 आंसर। तो 164 की होएगी इसकी पावर होएगी हाईएस्ट पावर 7 ठीक है जी। चलो आ क्वेश्चन तुसी करो जी जल्दी फाइंड द हाईएस्ट पावर ऑफ 9 व्हिच इज कंटेन्ड इन 360 फैक्टोरियल। ਤੁਹਾਨੂੰ ਟਾਈਮ ਦਿੱਤਾ ਹੈ ਇਹਦੇ ਲਈ 2 ਮਿੰਟ जल्दी तो जल्दी इसको सॉल्व करो 360 फैक्टोरियल ਦੇ ਵਿੱਚ 9 ਦੀ ਕਿੰਨੀ ਪਾਵਰ ਹੋਏਗੀ ਦੇਖਦੇ ਹਾਂ ਸਭ ਤੋਂ ਪਹਿਲਾਂ ਕਿਹਦਾ ਆਨਸਰ ਆਉਂਦਾ ਹੈ। देखते हैं सब तो पहला किसका आंसर आता है। तो देखो जी ये क्वेश्चन जिन्ना आपको सिंपल लग रहा है उन्ना सिंपल है नहीं क्यों नहीं है जी उन्ना सिंपल क्योंकि 9 देखो 9 इतने अपने को प्राइम नहीं है 9 इतने अपने को की है प्राइम नहीं है सब तो पहले 9 ਨੂੰ प्राइम बनाना पएगा तो 9 ਨੂੰ प्राइम बनाने वास्ते की लिखांगे ਆਪਾਂ 9 ਨੂੰ लिख सकते हैं 3 ਦੀ पावर 2 ਹੁਣ 3 प्राइम बन गया हम 3 ਨਾਲ ਕਰਾਂਗੇ तो 365 डिवाइड बाय 3 कितना आएगा जी 121 फिर कर दो 365 ਨੂੰ 3 ਦੀ ਪਾਵਰ 2 ਨਾਲ 9 9 ਇਹ ਆ ਗਿਆ 440 फिर कर दो 365 ਨੂੰ 3 ਦੀ ਪਾਵਰ 3 ਨਾਲ ਇਹ ਹੋ ਗਿਆ 27 27 ਨਾਲ ਕਰਾਂਗੇ ਤਾਂ ਇਹ ਆ ਗਿਆ 30
है जी 30 फिर कर दो 365 ਨੂੰ 3 ਦੀ ਪਾਵਰ 4 81 ਨਾਲ ਕਰਾਂਗੇ ਤਾਂ ਆਏਗਾ 4 ਤੇ ਇਹ ਆਏਗਾ 365 ਨੂੰ ਕਰਾਂਗੇ 3 ਦੀ ਪਾਵਰ 5 ਨਾਲ ਇਹ ਆਏਗਾ 243 ਤਾਂ 1 ਬਸ ਇਹ ਤੋਂ ਅੱਗੇ ਹੋਣਾ ਨਹੀਂ ਤਾਂ ਐਡ ਕਰ ਲਓ 121 plus 40 plus 13 plus 4 plus 1 कितना आएगा ऐड करके 61 74 78 79 179 ये आंसर है कितने जाने कहते हैं कि आंसर है यस और नो यस और नो कितने जाने कहते हैं कि ये आंसर है जी 179 तो 179 बिल्कुल भी आंसर नहीं है ਇਹਦਾ आंसर आएगा नो क्योंकि हजे अपने को इतने सी 3 ਦੀ ਪਾਵਰ 2 ਤਾਂ ਪਾਵਰ 2 ਦਾ ਵੀ ਤਾਂ ਰੋਲਾ ਖਤਮ ਕਰਨਾ ਤਾਂ ਇਹਨੂੰ ਹਜੇ ਇੱਕ ਵਾਰ ਹੋਰ 2 ਨਾਲ ਡਿਵਾਈਡ ਕਰਾਂਗੇ 179 ਨੂੰ ਡਿਵਾਈਡ ਕਰਾਂਗੇ 2 ਨਾਲ ਤਾਂ ਕਿੰਨਾ ਆਏਗਾ 89 ਆंसर आएगा आ वाला आंसर राइट है 89 कितना आंसर आएगा 89 ठीक है जी क्योंकि अपने को उत्थे की सी 3 ਦੀ ਪਾਵਰ 2 ਸੀ क्लियर चलो आ करो जी हम find the highest power of 6 which is contained in 500 factorial 6 ਦੀ ਦੇਖੋ ਜੀ ਕਿੰਨੀ ਪਾਵਰ ਬਣੇਗੀ in 500 factorial ਦੇ ਵਿੱਚ ਠੀਕ ਹੈ ਜੀ 6 ਦੀ ਦੇਖੋ ਜੀ ਕਿੰਨੀ ਪਾਵਰ ਬਣੇਗੀ ਇਹਦੇ ਵਿੱਚ ਵੀ ਇੱਕ ਟ੍ਰਿਕ ਲੱਗਣੀ ਹੈਗੀ ਹੈ ਦਿਮਾਗ ਯੂਜ਼ ਹੋਣਾ ਹੈਗਾ ਦੇਖੋ ਤੁਸੀਂ ਕਿ ਕੀ ਪ੍ਰਾਈਮ ਦਿੱਤਾ ਹੋਇਆ ਕੀ ਪ੍ਰਾਈਮ ਨਹੀਂ ਦਿੱਤਾ ਹੋਇਆ ਉਹ ਵੀ ਚੈੱਕ ਕਰਨਾ ਜ਼ਰੂਰੀ ਹੈਗਾ ਤਾਂ 6 ਦੇਖੋ ਜੀ 6 ਨੂੰ ਪ੍ਰਾਈਮ ਨਹੀਂ ਹੈਗਾ ਇੱਥੇ ਤਾਂ 6 ਨੂੰ ਪ੍ਰਾਈਮ ਬਣਾਉਣਾ ਪਏਗਾ ਕਿਵੇਂ 3 into 2 ਹੁਣ ਦੋਨੋਂ ਪ੍ਰਾਈਮ ਹੋ ਗਏ बस ਆਪਾਂ ਡਿਵਾਈਡ ਪ੍ਰਾਈਮ ਨਾਲ ਹੀ ਕਰਨਾ ਹੁੰਦਾ ਧਿਆਨ ਰੱਖੋ 3 ਤੇ 2 ਪਹਿਲਾਂ ਇੱਕ ਵਾਰ 3 ਨਾਲ ਕਰਾਂਗੇ ਫਿਰ ਅਲੱਗ ਤੋਂ 2 ਨਾਲ ਕਰਾਂਗੇ ਤਾਂ ਸਭ ਤੋਂ ਪਹਿਲਾਂ 3 ਨਾਲ ਕਰ ਲਓ 500 upon 3 कितना आएगा जी ये आएगा 166 500 अपॉन 3 दी पावर 2 कितना आएगा जी ये आएगा 99 आएगा 55 500 अपॉन 3 दी पावर 3 27 करांगे तो ये आएगा 18 500 अपॉन 3 दी पावर 4 ये हो गया 81 आएगा तो 48 480 486 486 ਤਾਂ ਇਹ ਆਏਗਾ 6 6 ਆ ਗਿਆ ਜੀ ਹੁਣ ਆਪਣੇ ਕੋਲ ਆਏਗਾ 500 ਦੀ ਪਾਵਰ 3 ਦੀ ਪਾਵਰ 5 3 ਦੀ ਪਾਵਰ 5 ਕਿੰਨਾ ਹੋ ਗਿਆ ਇਹ ਆਏਗਾ 2 243 ਬਣੇਗਾ 243 ਦਾ ਕਰਾਂਗੇ ਠੀਕ ਹੈ ਜੀ ਤਾਂ ਅਗਰ ਆਪਾਂ ਇਹ ਦੋ ਅੱਗੇ ਲੈਣੇ ਆ ਤਾਂ ਉਹ ਇਨਕਰੀਜ਼ ਹੋ ਜਾਏਗੀ ਤਾਂ ਬਸ ਇੱਥੋਂ ਤੱਕ ਹੀ ਆਏਗਾ ਹੁਣ ਦੇਖੋ ਜੀ ਕਿੰਨਾ ਬਣ ਗਿਆ ਇਹ 166 plus 55 plus 18 plus 6 plus 2 20 20 or 75 or 6 81 ਚ ਜੋੜਾਂਗੇ ਤਾਂ ਇਹ ਬਣ ਜਾਏਗਾ 247 ਇਹ ਤਾਂ ਬਣ ਗਿਆ 247 ਹੁਣ 2 ਨਾਲ ਵੀ ਕਰ ਦਿਓ ਜੀ 2 ਨਾਲ ਕਰੋ ਪਹਿਲਾ ਆਏਗਾ 250 ਇਹ ਫੇਰ ਕਰੋ 500 ਨੂੰ 500 ਨੂੰ ਕਰੋ 2 ਦੀ ਪਾਵਰ 2 ਨਾਲ ਤਾਂ 4 ਕਰਾਂਗੇ 125 500 ਨੂੰ 2 ਦੀ ਪਾਵਰ 3 ਨਾਲ 8 ਨਾਲ ਕਰਾਂਗੇ 8 ਨਾਲ ਕਰਾਂਗੇ ਤਾਂ 62 500 ਨੂੰ 2 ਦੀ ਪਾਵਰ 4 16 ਨਾਲ ਕਰਾਂਗੇ ਤਾਂ ਇਹ ਆਏਗਾ 31 ਫਿਰ ਕਰ ਦਿਆਂਗੇ ਜੀ 500 ਨੂੰ 2 ਦੀ ਪਾਵਰ 5 32 ਨਾਲ ਕਰਾਂਗੇ ਤਾਂ ਇਹ ਆਏਗਾ 15 ਫਿਰ ਅਗੇਨ ਕਰਾਂਗੇ 2 ਦੀ ਪਾਵਰ 6 ਨਾਲ ਇਹ ਆਏਗਾ 7 क्योंकि 64 बन जाएगा 7 आ जाएगा फिर कर देंगे ਆਪਾਂ 500 ਨੂੰ 2 ਦੀ ਪਾਵਰ 7 ਨਾਲ 128 ਨਾਲ ਕਰਾਂਗੇ ਤਾਂ 3 ਆ ਜਾਏਗਾ और एक बार होर करांगे 8 ਨਾਲ वो बनेगा 256 मतलब एक होर आ जाएगा ऐड कर दो जी सारे ਇਹਨਾਂ ਨੂੰ
ਇਹਨਾਂ ਨੂੰ ਐਡ ਕਰਨਾ ਆਪਾਂ ਇਹਨਾਂ ਨੂੰ, ਠੀਕ ਹੈ ਇਹਨਾਂ ਨੂੰ ਸਾਰਿਆਂ ਨੂੰ ਐਡ ਕਰ। ਜੇ ਇਹਨਾਂ ਨੂੰ ਸਾਰਿਆਂ ਨੂੰ ਐਡ ਆਪਾਂ ਕਰਾਂਗੇ ਤਾਂ ਕਿੰਨਾ ਆਪਣੇ ਕੋਲ ਆਂਸਰ ਆਏਗਾ, ਦੇਖੋ 375, ਇਹ ਹੋ ਗਿਆ 65, 80, 87, 90, 91, 91 ਦੇ ਵਿੱਚ ਇਹਨੂੰ ਜੋੜਾਂਗੇ, ਇਹ ਆਏਗਾ ਆਪਣੇ ਕੋਲ 494, ਇਹਦੇ ਵਿੱਚ 494। ਤਾਂ ਹੁਣ ਆਪਣਾ ਜਿਹੜੇ ਦੋ ਆਂਸਰ ਆ ਗਏ, ਇੱਕ ਤਾਂ 247, ਇੱਕ 494, ਕਿੰਨੇ ਆਂਸਰ ਆ ਗਏ 247 ਤੇ 494। ਹੁਣ ਜਿਹੜਾ ਆਪਣਾ ਆਂਸਰ ਆਏਗਾ ਉਹ ਕੀ ਆਏਗਾ, ਉਹ ਆਏਗਾ ਇਹਨਾਂ ਦੋਨਾਂ ਦਾ ਮਿਨੀਮਮ, ਜਿਹੜਾ ਇਹਨਾਂ ਦੋਨਾਂ ਦਾ ਮਿਨੀਮਮ ਹੋਏਗਾ, ਮਿਨੀਮਮ ਕਿੰਨਾ 247, ਇਹ ਆਂਸਰ। ਇਦਾਂ ਆਪਾਂ ਇਹ ਕੁਐਸਚਨ ਸੋਲਵ ਕਰਾਂਗੇ, ਠੀਕ ਹੈ ਜੀ। ਜਿਹੜਾ ਇਹਨਾਂ ਦਾ ਮਿਨੀਮਮ ਹੋਏਗਾ ਉਹ ਕੀ ਆਏਗਾ ਆਪਣਾ ਆਂਸਰ। ਨੈਕਸਟ ਕੁਐਸਚਨ ਹੈਗਾ ਜੀ, ਫਾਈਂਡ ਦਾ ਨੰਬਰ ਆਫ ਜ਼ੀਰੋਜ਼ एट द राइट एंड ऑफ 11 फैक्टोरियल। ਹੁਣ ਜ਼ੀਰੋ ਆਪਣੀ ਕਿਵੇਂ ਬਣੇਗੀ, ਜ਼ੀਰੋ ਤਾਂ ਬਣੇਗੀ ਅਗਰ 10 ਨਾਲ ਆਪਾਂ ਡਿਵਾਈਡ ਕਰਾਂਗੇ, ਠੀਕ ਹੈ ਜੀ। ਤਾਂ 10 ਨੂੰ ਆਪਾਂ ਕੀ ਲਿਖ ਸਕਦੇ ਹਾਂ, 10 ਤਾਂ ਪ੍ਰਾਈਮ ਨਹੀਂ ਹੈਗਾ, ਪ੍ਰਾਈਮ ਬਣਾਉਣ ਵਾਸਤੇ 2 × 5, 11 ਨੂੰ ਕਰ ਦੋ ਜੀ ਪਹਿਲਾਂ 2 ਨਾਲ, ਕਿੰਨਾ ਆ ਗਿਆ 5, ਫਿਰ 11 ਨੂੰ ਕਰ ਦੋ 2 ਦੀ ਪਾਵਰ 2 ਨਾਲ, ਕਿੰਨਾ ਆਏਗਾ 4 ਨਾਲ ਕਰਾਂਗੇ ਤਾਂ 2 ਆਏਗਾ, ਫਿਰ 11 ਨੂੰ ਕਰ ਦੋ 2 ਦੀ ਪਾਵਰ 3 ਨਾਲ, 8 ਨਾਲ ਕਰਾਂਗੇ ਤਾਂ 1 ਆਏਗਾ। ਤਾਂ ਕਿੰਨਾ ਹੋਗਾ ਜੀ ਉਹਦਾ 5 + 2 8, फिर 11 ਨੂੰ ਕਰ ਦੋ 5 ਨਾਲ, ਕਿੰਨਾ ਆਏਗਾ 2, ਫਿਰ 11 ਨੂੰ ਕਰ ਦੋ 5 ਦੀ ਪਾਵਰ 2 ਨਾਲ, ਤਾਂ ਕਿੰਨਾ ਆਏਗਾ 0, ਤਾਂ ਓਨਲੀ ਆ ਗਿਆ। ਤਾਂ ਕੀ ਆ ਗਿਆ ਜੀ, ਮਿਨੀਮਮ ਆਫ 28, ਆਂਸਰ ਕੀ ਲੈਣਾ ਆਪਾਂ, ਮਿਨੀਮਮ 8 ਦਾ ਤੇ 2 ਦਾ ਕਿੰਨਾ 2। ਤਾਂ ਨੰਬਰ ਆਫ ਜ਼ੀਰੋਜ਼ ਕਿੰਨੀਆਂ ਆਣੀਆਂ 2 ਆਣੀਆਂ, 8 ਦਾ ਰਾਈਟ ਹੈਂਡ ਆਫ 11 ਫੈਕਟੋਰੀਅਲ, ਜਦੋਂ ਡਿਵਾਈਡ ਕਰਾਂਗੇ ਆਪਾਂ 10 ਨਾਲ, नंबर ऑफ जीरोस, ठीक है जी, कितनी 2 ओके जी। क्लास इज ओवर, थैंक यू। क्लास कितना भी लगी प्लीज लाइक शेयर जरूर कर दो जी, कमेंट जरूर कर दो कि क्लास किमें लगी थानू। कल फिर मिलते हैं अपन नैक्सट, कल नहीं सॉरी मंडे को, कल भी अपनी ऑफ रहेगा। कल रिवीजन डे है, तुम सारे ने रिवीजन करनी है, प्रीवियस क्लासेस एक बार फिर तो देखनिया हो तो देख सकते हो, जिन्हें भी अपना इस वीक ਦੇ ਵਿੱਚ ਕਲਾਸਿਸ ਲੱਗੀਆਂ ਨੇ ਤੁਸੀਂ ਸਾਰਿਆਂ ਦੀ ਰਿਵੀਜ਼ਨ ਕਰਨੀ ਹੈ, ਪੂਰਾ ਕਨਸੈਪਟ ਰਿਵਾਈਜ਼ ਕਰਨਾ ਹੈਗਾ। ਫਿਰ ਮੰਡੇ ਨੂੰ ਆਪਾਂ ਫਿਰ ਮਿਲਾਂਗੇ ਜੀ ਇਸ ਦੇ ਐਮਸੀਕਿਊਜ਼ ਦੇ ਨਾਲ। 2 ਦਿਨ ਆਪਣੇ ਹੋਰ ਲੱਗਣੇ ਨੇ, ਇੱਕ ਤਾਂ ਵੈਸੇ ਐਮਸੀਕਿਊ ਕਰਨੇ ਨੇ ਆਪਾਂ, ਤੇ ਇੱਕ ਆਪਾਂ ਕਰਾਂਗੇ ਪ੍ਰੀਵੀਅਸ ਈਅਰ ਕੁਐਸਚਨ, ਠੀਕ ਹੈ ਜੀ। 2 ਡੇਜ਼ ਨੰਬਰ ਥਿਊਰੀ ਦੇ ਉੱਤੇ ਆਪਣੇ ਹੋਰ ਲੱਗਣੇ ਨੇ। ਚਲੋ ਮਿਲਦੇ ਆ ਫਿਰ ਆਪਾਂ ਮੰਡੇ ਨੂੰ, ਟੇਕ ਕੇਅਰ, ਬਾਏ ਬਾਏ।